शहादत शब्द नूं जो जीवन अर्थ सिख धर्म दे अंदर मिले ने ਉਹ ਕਿਸੇ ਹੋਰ ਹਿੱਸੇ ਨਹੀਂ ਆਏ। ਹੱਕ, ਸੱਚ, ਨਿਆਂ, ਸਵੈਮਾਨ ਤੇ ਮਨੁੱਖੀ ਹੱਕਾਂ ਦੀ ਰਖਵਾਲੀ ਦੇ ਲਈ ਸਿੱਖ ਕੌਮ ਦੀਆਂ ਕੁਰਬਾਨੀਆਂ ਦੁਨੀਆ ਦੇ ਧਾਰਮਿਕ ਇਤਿਹਾਸ ਦਾ ਮਾਣ ਹਨ। ਪੰਜਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਤੋਂ ਬਾਅਦ ਸਿੱਖ ਕੌਮ ਦੇ ਵੱਲੋਂ ਕੁਰਬਾਨੀਆਂ ਦੀ ਇੱਕ ਲੰਬੀ ਲੜੀ ਮਨੁੱਖੀ ਹੱਕਾਂ ਦੇ ਲਈ ਸੰਘਰਸ਼ ਦੀ ਉਹ ਦਾਸਤਾਨ ਹੈ ਜਿਸ ਦਾ ਹਰ ਅੱਖਰ ਸੁਨਹਿਰੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਦੇ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਤੇ ਮਹਾਨ ਸੂਰਮਿਆਂ ਦੀ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ। ਸਾਹਿਬਜ਼ਾਦਿਆਂ ਨੇ ਜ਼ੁਲਮ, ਜ਼ਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧ ਆਵਾਜ਼ ਚੁੱਕੀ। ਸਿੱਖ ਇਤਿਹਾਸ ਦੇ ਵਿੱਚ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆ ਅਨੇਕਾਂ ਬਲੀਦਾਨ ਦਿੱਤੇ ਗਏ। ਅਜਿਹਾ ਹੀ ਬਲੀਦਾਨ ਚਮਕੌਰ ਦੀ ਧਰਤੀ ਤੇ ਹੋਇਆ ਜਿੱਥੇ ਸਰਬੰਸ ਸਥਾਨੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਨੇ ਮੁਗਲ ਫੌਜਾਂ ਦਾ ਟਾਕਰਾ ਕੀਤਾ। ਇਹਨਾਂ ਦੀ ਸ਼ਹਾਦਤ ਦੇ ਇਤਿਹਾਸ ਨੂੰ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਜ਼ਿੰਦਾ ਰੱਖਣ ਦਾ ਇੱਕ ਸੁਪਨਾ ਜੋ ਦੇਖਿਆ ਗਿਆ ਸੀ, ਉਸ ਡ੍ਰੀਮ ਪ੍ਰੋਜੈਕਟ ਨੂੰ ਪੂਰਾ ਕੀਤਾ ਸੀਐਮ ਚਰਨਜੀਤ ਚੰਨੀ ਨੇ। ਅਦੁੱਤੇ ਬਲੀਦਾਨ ਨੂੰ ਦਰਸਾਉਂਦੀ ਯਾਦਗਾਰ ਦਾਸਤਾਨੇ ਸ਼ਹਾਦਤ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਗਈ। ਸ਼੍ਰੀ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਦੀ, ਪਿਆਰਿਆਂ ਦੀ ਤੇ ਨਾਲ ਹੀ ਸਾਡੇ ਸਿੰਘਾਂ ਦੀ ਸ਼ਹਾਦਤ ਤੇ ਕੁਰਬਾਨੀ ਦੀ ਧਰਤੀ ਹੈ। ਦਾਸਤਾਨ ਇਹ ਸ਼ਹਾਦਤ, ਥੀਮ ਪਾਰਕ, ਇਤੋਂ ਹੀ ਸਮਝ ਆ ਜਾਂਦਾ ਹੈ ਕਿ ਜਿਹੜੀ ਸ਼ਹਾਦਤ ਹੋਈ ਹੈ ਉਸ ਦੀ ਦਾਸਤਾਨ ਦੀ ਪੂਰੀ ਕਹਾਣੀ ਜਿਹੜੀ ਹੈ, ਪੂਰਾ ਇਤਿਹਾਸ ਹੈ, ਉਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਅੰਦਾਜ਼ੀ ਹੈ ਕਿ ਆਡੀਓ ਵਿਜ਼ੂਅਲ ਤਰੀਕੇ ਦੇ ਜ਼ਰੀਏ ਪੂਰਾ ਇਤਿਹਾਸ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਵਿੱਚ ਸਾਡੇ ਗੁਰੂਆਂ ਵੱਲੋਂ ਦਿੱਤੇ ਗਏ ਉਪਦੇਸ਼, ਉਹਨਾਂ ਵੱਲੋਂ ਸਿਖਾਇਆ ਗਿਆ ਪਾਠ, ਉਹਨਾਂ ਵੱਲੋਂ ਦਿਖਾਏ ਗਏ ਰਾਹ, ਇਸ ਦੇ ਨਾਲ ਹੀ ਖਾਲਸਾ ਪੰਥ ਦੀ ਸਿਰਜਣਾ, ਨਾਲ ਹੀ ਸਾਹਿਬਜ਼ਾਦਿਆਂ ਦੀ ਕੁਰਬਾਨੀ, ਉਹਨਾਂ ਦੀ ਜਿਹੜੀ ਸ਼ਹਾਦਤ ਹੈ, ਇਸ ਦੇ ਨਾਲ ਹੀ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਹੋਈ ਜੰਗ, ਹਰ ਇੱਕ ਪਹਿਲੂ ਨੂੰ ਕਵਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਥੀਮ ਪਾਰਕ ਦੇ ਵਿੱਚ ਕੀ ਕੁਝ ਖਾਸ ਹੈ, ਕਿਉਂ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਥੀਮ ਪਾਰਕ ਡ੍ਰੀਮ ਪ੍ਰੋਜੈਕਟ ਹੈ, ਉਸ ਬਾਰੇ ਪੂਰੀ ਜਾਣਕਾਰੀ ਦੇਣਾ। ਸ੍ਰੀ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਦੀ ਸ਼ਹਾਦਤ ਦੀ ਧਰਤੀ ਹੈ। ਹਾਲਾਂਕਿ ਇਸ ਧਰਤੀ ਦਾ ਇਤਿਹਾਸ ਅਸੀਂ ਕਿਤਾਬਾਂ ਦੇ ਵਿੱਚ ਹੀ ਪੜ੍ਹਿਆ ਹੈ, ਪਰ ਹੁਣ ਤੁਸੀਂ ਇਸ ਧਰਤੀ ਤੇ ਹੋਈਆਂ ਜੰਗਾਂ, ਵੱਡੇ ਸਾਹਿਬਜ਼ਾਦਿਆਂ, ਪਿਆਰਿਆਂ, ਸਿੰਘਾਂ ਦੀਆਂ ਕੁਰਬਾਨੀਆਂ ਦੀ ਕਹਾਣੀ ਦਾਸਤਾਨੇ ਸ਼ਹਾਦਤ ਥੀਮ ਪਾਰਕ ਦੇ ਵਿੱਚ ਦੇਖ ਵੀ ਸਕੋਗੇ ਤੇ ਉਸ ਬਾਰੇ ਸੁਣ ਵੀ ਪਾਓਗੇ। ਸੀਐਮ ਚੰਨੀ ਵੀ ਇਸ ਪ੍ਰੋਜੈਕਟ ਦੇ ਉਦਘਾਟਨ ਮੌਕੇ ਭਾਵੁਕ ਦਿਖਾਈ ਦਿੱਤੇ ਤੇ ਕਹਿਣ ਲੱਗੇ ਕਿ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ, ਜਿਸ ਦਾ ਸੁਪਨਾ ਉਹਨਾਂ ਨੇ ਦੇਖਿਆ ਸੀ, ਜਿਸ ਨੂੰ ਪੂਰਾ ਕੀਤਾ ਹੈ। ਅੱਜ ਮੇਰੇ ਵਾਸਤੇ ਸ਼ਾਇਦ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਕਿ ਜੋ ਸਾਡਾ ਸੁਪਨਾ ਹੈ ਸੀ ਕਿ ਅਸੀਂ ਚਮਕੌਰ ਸਾਹਿਬ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਿਸਟਰੀ ਨੂੰ ਫਿਲਮਾਉਣਾ ਹੈ, ਥੀਮ ਪਾਰਕ ਤਿਆਰ ਕਰਨਾ ਹੈ, ਜਿਸ ਦਾ ਨਾਮ ਦਾਸਤਾਨੇ ਸ਼ਹੀਦਾਂ ਰੱਖਿਆ ਹੈ। ਇਸ ਦਾ ਅੱਜ ਉਦਘਾਟਨ ਹੋ ਰਿਹਾ ਹੈ। ਪੰਜਾਬ ਦੇ ਮਾਨਯੋਗ ਗਵਰਨਰ ਸ਼੍ਰੀ ਬਨਵਾਰੀ ਲਾਲ ਪ੍ਰੋਹਤ ਜੀ ਆਏ ਹੈ। ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਇਸ ਬਹੁਤ ਵੱਡੇ ਮਿਊਜ਼ੀਅਮ ਤੇ ਯਾਦਗਾਰ ਤੇ ਸਿੱਖ ਕੌਮ ਦੀ ਹਿਸਟਰੀ ਜਿਹਦੇ 'ਚ ਫਿਲਮਾਈ ਜਾ ਰਹੀ ਹੈ, ਇਸ ਸਥਾਨ ਦਾ ਇਹਨਾਂ ਨੇ ਅੱਜ ਵਿਧੀਵਤ ਤਰੀਕੇ ਦੇ ਨਾਲ ਉਦਘਾਟਨ ਕੀਤਾ ਹੈ। ਸਿੱਖ ਕੌਮ ਵਾਸਤੇ ਇਹ ਇੱਕ ਬਹੁਤ ਵੱਡੀ ਗੱਲ, ਇਹਨਾਂ ਦੀ ਵਿਰਾਸਤ ਜਿਹੜੀ ਸਾਡੀ, ਉਸ ਨੂੰ ਦਰਸਾਉਂਦਾ ਇਹ ਮਿਊਜ਼ੀਅਮ ਬਣਿਆ। ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਇੱਥੋਂ ਜਾਣਕਾਰੀ ਮਿਲਦੀ ਰਹੇਗੀ, ਤਰੋ ਤਾਜ਼ਾ ਕਰਦੇ ਰਹੇਗੀ ਇਹ ਜਗ੍ਹਾ ਸਾਰੀ ਆਉਣ ਵਾਲੀ ਜਨਰੇਸ਼ਨਾਂ ਨੂੰ। ਇਸ ਲਈ ਅੱਜ ਮੈਂ ਸਿੱਖ ਕੌਮ ਨੂੰ ਸਮਰਪਿਤ ਕਰਦੇ ਹੋਏ ਆਪਣੇ ਆਪ ਨੂੰ ਧੰਨਭਾਗੀ ਸਮਝ ਰਿਹਾ ਕਿ ਅਸੀਂ ਦਿਨ ਇੱਕ ਤਾਂ ਬਹੁਤ ਵਧੀਆ ਮਿਲ ਗਿਆ ਕਿ ਗੁਰੂ ਨਾਨਕ ਸਾਹਿਬ ਦਾ
ਅੱਜ ਦਿਨ ਦਿਹਾੜਾ ਹੈ ਜਦੋਂ ਅਸੀਂ ਜਿੱਥੋਂ ਹਿਸਟਰੀ ਸ਼ੁਰੂ ਹੋਈ ਸੀ ਸਿੱਖ ਕੌਮ ਦੀ, ਉੱਥੋਂ ਅੱਜ ਇਹ ਜਿਹੜਾ ਮਿਊਜ਼ੀਅਮ ਸ਼ੁਰੂ ਹੋ ਰਿਹਾ ਹੈ। ਦਾਸਤਾਨੇ ਸ਼ਹਾਦਤ ਥੀਮ ਪਾਰਕ ਨੂੰ ਬਣਾਉਣ ਦੇ ਵਿੱਚ ਅਵੱਲੀ ਮਿਹਨਤ ਲੱਗੀ ਹੈ। ਇਸ ਪਾਰਕ ਨੂੰ ਭਾਵੇਂ ਤੁਸੀਂ ਸਵੇਰੇ ਦੇਖੋ ਜਾਂ ਫਿਰ ਦੁਪਹਿਰ ਨੂੰ ਜਾਂ ਫਿਰ ਰਾਤ ਦੇ ਸਮੇਂ ਦੇਖੋ, ਸਾਫ਼ ਪਤਾ ਲੱਗਦਾ ਹੈ ਇਸ ਨੂੰ ਤਿਆਰ ਕਰਨ ਦੇ ਵਿੱਚ ਕਿੰਨੇ ਕਾਰੀਗਰਾਂ ਨੇ ਕਿੰਨਾ ਵੱਡਾ ਯੋਗਦਾਨ ਦਿੱਤਾ ਹੈ। ਦਾਸਤਾਨੇ ਸ਼ਹਾਦਤ ਥੀਮ ਪਾਰਕ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਿਆ, ਮਿਊਜ਼ੀਅਮ ਦੇ ਨਾਲ ਇੱਥੇ ਹੋਰ ਕੁਝ ਦੇਖਣ ਨੂੰ ਕੀ ਹੈ, ਇਸ ਬਾਰੇ ਦੱਸਣ ਲਈ ਸਾਡੇ ਨਾਲ ਇਸ ਥੀਮ ਪਾਰਕ ਦੇ ਜਿਹੜੇ ਡਿਜ਼ਾਈਨਰ ਨੇ, ਜਿਹੜੇ ਕੰਸਲਟੈਂਟ ਨੇ, ਅਮਰਦੀਪ ਬਹਿਲ ਨੇ। ਬਹਿਲ ਸਾਹਿਬ, ਕਿਉਂਕਿ ਅਸੀਂ ਦੇਖ ਪਾ ਰਹੇ ਹਾਂ ਨਾ ਸਿਰਫ ਇੱਥੇ ਗੈਲਰੀਜ਼ ਨੇ ਬਲਕਿ ਬਾਹਰ ਵੀ ਅਸੀਂ ਦੇਖਿਆ ਕਿ ਕਈ ਹੋਰ ਥਾਵਾਂ ਨੇ ਦੇਖਣ ਵਾਸਤੇ। ਕਿੰਨਾ ਸਮਾਂ ਲੱਗਿਆ ਇਸ ਨੂੰ ਤਿਆਰ ਕਰਨ ਵਾਸਤੇ ਤੇ ਕਿਸ ਤਰ੍ਹਾਂ ਇਸ ਨੂੰ ਡਿਜ਼ਾਈਨ ਕੀਤਾ? ਤੁਹਾਨੂੰ ਡਿਜ਼ਾਈਨ ਕਰਨ 'ਚ ਇਸ ਨੂੰ ਕਿੰਨਾ ਸਮਾਂ ਲੱਗ ਗਿਆ? ਇਹ ਜੀ ਇਹਨੂੰ 2.5 ਸਾਲ ਲੱਗੇ ਡਿਜ਼ਾਈਨ ਤੇ ਬਣਾਉਣ ਵਿੱਚ, ਫਰਮ ਡਿਜ਼ਾਈਨ ਟੂ ਬਿਲਡ। ਤੇ ਵਿਚਕਾਰ ਕੋਵਿਡ ਹੋ ਗਿਆ ਸੀ, ਕੋਵਿਡ ਦੀ ਵੀ ਪ੍ਰੋਬਲਮ ਸੀ ਤੇ ਕੋਵਿਡ ਦੇ ਕਰਕੇ ਟਾਈਮ ਵੇਸਟ ਵੀ ਹੋਇਆ, ਮੁਸ਼ਕਿਲ ਵੀ ਸੀ ਕਰਨਾ, ਉਹਨਾਂ ਜ਼ਿਆਦਾ ਕੰਟੀਨਿਊਟੀ ਐਸਟੈਬਲਿਸ਼ ਕਰਨਾ ਜ਼ਿਆਦਾ ਮੁਸ਼ਕਿਲ ਸੀ। ਤੇ ਇਹਦੇ ਅੰਦਰ ਨਾ ਮੇਨ ਜੋ ਪਾਰਟ ਹੈਗਾ ਉਹ ਤੇ ਮਿਊਜ਼ੀਅਮ ਦਾ ਇੰਟੀਰੀਅਰ ਹੈਗਾ, ਜਿਹਦੇ ਅੰਦਰ 11 ਗੈਲਰੀਆਂ ਨੇ। ਇਹ 11 ਗੈਲਰੀਆਂ ਅੰਦਰ ਤੁਹਾਨੂੰ ਪੂਰੀ ਸਟੋਰੀ ਪਤਾ ਮਿਲਦੀ ਹੈ। ਸ਼ਹਾਦਤ ਜੋ ਦਾਸਤਾਨ ਹੈ, ਸ਼ਹਾਦਤ ਦੀ ਦਾਸਤਾਨ ਤੁਹਾਨੂੰ ਅੰਦਰ ਮਿਲਦੀ ਹੈ। ਉਹਦਾ ਐਟਮੋਸਫੀਅਰ ਬਾਹਰ ਹੈਗਾ, ਬਾਹਰ ਘੋੜੇ ਹੈਗੇ ਨੇ, 5 ਘੋੜੇ ਨੇ, 5 ਖਾਲਸਾ ਨੇ ਘੋੜਿਆਂ ਦੇ ਉੱਤੇ। ਤੇ ਉਹ ਸਾਡੀ ਸਪਿਰਿਟ ਹੈ, ਉਹ ਇਸ ਕਮਿਊਨਿਟੀ ਦੀ ਸਪਿਰਿਟ ਹੈਗੀ ਹੈ। ਜੋ ਖਾਲਸਾ ਘੋੜਿਆਂ ਦੇ ਜਿਹਨੇ ਉਹ ਸਪਿਰਿਟ ਹੈ ਕਮਿਊਨਿਟੀ ਦੀ, ਉਹ ਸਪਿਰਿਟ ਉੱਥੇ ਬਾਹਰ ਹੈਗੀ ਹੈ, ਉਹ ਲਸ਼ਕਦੀ ਹੈ। ਨਾਲ ਉਹਦੇ ਖੰਡਾ ਸਾਹਿਬ ਹੈਗੇ ਨੇ ਜਿਹਦੇ ਅੰਦਰ ਪੋਟਰ ਸ਼ੋ ਹੋ ਰਿਹਾ ਹੈ, ਉੱਥੇ ਸੁਖਜਿੰਦਰ ਦੇ ਗਾਣੇ ਦੇ ਨਾਲ ਹੈਗਾ ਸ਼ੋ। ਉਹ ਵੀ ਉਹ ਸਪਿਰਿਟ ਜਿਹੜਾ ਖਾਲਸਾ ਦੀ ਹੈਗੀ ਹੈ, ਉਹ ਵੀ ਉਹ ਸਪਿਰਿਟ ਨੂੰ ਸੈਲੀਬ੍ਰੇਟ ਕਰ ਰਿਹਾ ਬਾਹਰ। ਅੰਦਰ ਆਓਗੇ ਤੁਹਾਨੂੰ 11 ਸ਼ੋਜ਼ ਦੇ ਨਾਲ ਤੁਹਾਨੂੰ ਦਾਸਤਾਨ ਮਿਲੇਗੀ ਚਮਕੌਰ ਸਾਹਿਬ ਦੀ। ਇਹ ਜੋ ਸਿੱਖ ਇਤਿਹਾਸ ਦੀ ਸਟੋਰੀ ਹੈਗੀ ਹੈ, ਇਹ ਹੈਗੀ ਹੈ ਮਾਰਟਰਡਮ ਦੀ ਸਟੋਰੀ, ਜੋ ਕਿ ਮੇਨ ਫੋਕਸ ਹੈ ਚਮਕੌਰ ਦੇ ਅੰਦਰ। ਚਮਕੌਰ ਗੁਰੂ ਸਾਹਿਬ ਆਏ ਸੀ, ਉਹਨਾਂ ਦੇ 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, 40 ਦੇ ਨਾਲ ਉਹਨਾਂ ਦੇ ਵਾਰੀਅਰਸ ਸ਼ਹੀਦ ਹੋਏ। ਇਹ ਉਹ ਸਟੋਰੀ ਹੈ। ਨਾਲ ਫਿਰ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜੋ ਸਰਹਿੰਦ ਵਿੱਚ ਹੋਈ ਸੀ। ਮੇਨ ਫੋਕਸ ਹੈ ਇਸ ਕਹਾਣੀ ਦਾ ਇਹ ਹੈਗਾ ਇੱਥੇ। ਲੇਕਿਨ ਉਹ ਕਹਾਣੀ ਨੂੰ ਸੁਣਾਉਣ ਲਈ ਸਾਨੂੰ ਅਸੀਂ ਗੁਰੂ ਸਾਹਿਬ ਤੋਂ ਸ਼ੁਰੂ ਕੀਤਾ ਹੈ, ਕਿਉਂਕਿ ਸ਼ਹਾਦਤ ਵੀ ਸਿੱਖ ਧਰਮ ਦੇ ਗੁਰੂ ਸਾਹਿਬ ਤੋਂ ਹੀ ਸ਼ੁਰੂ ਹੋਈ ਹੈ। ਗੁਰੂ ਅਰਜਨ ਦੇਵ ਦੀ ਸ਼ਹਾਦਤ ਵੀ ਹੈ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੈਗੀ ਹੈ, ਤੇ ਪੂਰੀ ਗੁਰੂ ਗੋਬਿੰਦ ਸਿੰਘ ਦੀ ਸਟੋਰੀ ਇੱਥੇ ਤੁਹਾਨੂੰ ਮਿਲੇਗੀ। ਕਿੱਦਾਂ ਉਹਨੇ ਖਾਲਸਾ ਦਾ ਸਿਰਜਣਾ ਕੀਤੀ ਤੇ ਕਿੱਦਾਂ ਇਹ ਹਾਦਸਾ ਹੋਇਆ ਜੋ ਚਮਕੌਰ 'ਚ ਹੋਇਆ। ਬਿਲਕੁਲ ਬਹਿਲ ਸਾਹਿਬ, ਅਸੀਂ ਦੇਖ ਰਹੇ ਸੀ ਜਦੋਂ ਅਸੀਂ ਐਂਟਰ ਕੀਤਾ, ਲੈਫਟ ਸਾਈਡ ਤੇ ਭਾਵੇਂ ਮਿਊਜ਼ੀਅਮ ਬਣਿਆ ਹੋਇਆ ਹੈ ਤੇ ਬਾਕੀ ਹੋਰ ਕਈ ਚੀਜ਼ਾਂ ਜਿਹੜੀਆਂ ਇਸ ਥੀਮ ਪਾਰਕ 'ਚ ਦੇਖਣ ਨੂੰ ਮਿਲ ਰਹੀਆਂ ਨੇ। 2.5 ਸਾਲ ਕਿਹਾ ਤੁਸੀਂ ਤਿਆਰ ਕਰਨ ਦੇ ਵਿੱਚ ਲੱਗੇ ਨੇ ਇਸ ਨੂੰ, ਤੇ ਇਸ ਨੂੰ ਜਦੋਂ ਅਸੀਂ ਡਿਜ਼ਾਈਨ ਕੀਤਾ ਹੋਇਆ ਦੇਖਦੇ ਹਾਂ ਇੱਕ ਕਿਲੇ ਦਾ ਰੂਪ ਜਿਹੜਾ ਹੈ ਲੱਗਦਾ ਹੈ। ਜੀ ਉਹ ਨਾ ਆਰਕੀਟੈਕਟ ਨੇ ਪਹਿਲੇ ਬਣ ਗਿਆ ਸੀ ਇਹ ਡਿਜ਼ਾਈਨ ਬਿਲਡਿੰਗ ਦਾ। ਅਸੀਂ ਬਿਲਡਿੰਗ ਅੰਦਰ ਕੰਮ ਕੀਤਾ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਗੜੀ ਦਾ ਰੂਪ ਹੈਗਾ, ਕਿਲੇ ਦਾ ਰੂਪ ਹੈਗਾ। ਬਿਲਕੁਲ ਹਾਂ, ਗੜੀ ਦਾ ਰੂਪ ਹੈ। ਤੇ ਏਰੀਆ ਜਿੰਨਾ ਇਸ ਥੀਮ ਪਾਰਕ ਦਾ ਕਿੰਨਾ ਹੈ, ਕਿੰਨੀ ਇਸ ਤੇ ਇਨਵੈਸਟਮੈਂਟ ਜਿਹੜੀ ਹੈ ਹੋਈ ਹੈ? ਇਹ ਮੈਂ ਅੰਦਾਜ਼ਾ ਹੀ ਲਗਾ ਸਕਦਾ ਹਾਂ। ਮੇਰੇ ਹਿਸਾਬ ਨਾਲ 8 ਏਕੜ ਦੇ ਕਰੀਬ ਜ਼ਮੀਨ ਹੋਏਗੀ ਇਹਦੀ, ਤੇ 50 ਕਰੋੜ ਦੇ ਕਰੀਬ ਅਪਰੋਕਸੀਮੇਟਲੀ ਇਹਦਾ ਖਰਚਾ ਹੈ ਮਿਊਜ਼ੀਅਮ ਦੇ ਅੰਦਰ। ਜੇ ਅਸੀਂ ਤਸਵੀਰਾਂ ਅੰਦਰ ਤੋਂ ਦੇਖ ਰਹੇ ਹਾਂ, ਕਿਉਂਕਿ ਗੈਲਰੀਜ਼ ਬਣੀਆਂ ਹੋਈਆਂ ਨੇ, ਜਿਸ ਤਰ੍ਹਾਂ ਦੱਸ ਰਹੇ ਨੇ ਕਿ ਉਸ ਗੈਲਰੀਜ਼ ਦੇ ਵਿੱਚ ਅਲੱਗ-ਅਲੱਗ ਸ਼ੋਅ ਚੱਲ ਰਹੇ ਨੇ, ਉਸ ਬਾਰੇ ਵੀ ਜ਼ਰੂਰ ਜਾਣਕਾਰੀ ਦੇਵਾਂਗੇ। ਪਰ ਇਹ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ। ਇਹ ਕੀ ਕਨਸੈਪਟ ਜਿਹੜਾ ਹੈ ਬਹਿਲ ਸਾਹਿਬ ਤੁਸੀਂ ਚੂਜ਼ ਕੀਤਾ? ਕਿਉਂਕਿ ਅਸੀਂ ਮੂਵੀਜ਼ ਦੇ ਵਿੱਚ ਵੀ ਦੇਖ ਰਹੇ ਸੀਗੇ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ। ਜੀ ਜੋ ਸ਼ਹਾਦਤ ਹੈ ਨਾ, ਤੇ ਸਿੱਖ ਧਰਮ ਦੇ ਗੁਰੂ ਹਰਗੋਬਿੰਦ ਦੇ ਨਾਲ 2 ਤਲਵਾਰਾਂ ਦੀ ਗੱਲ ਸੀ, ਮੀਰੀ ਤੇ ਪੀਰੀ ਦੀ। ਇਹ ਉਹ 2 ਤਲਵਾਰਾਂ ਦੀ ਸਿਗਨੀਫੀਕੈਂਸ ਹੈਗੀ ਹੈ। ਤੇ ਸਟੋਰੀ ਤਾਂ ਸ਼ਹਾਦਤ ਦੀ ਹੈਗੀ ਹੈ, ਸਟੋਰੀ ਬੈਟਲਸ ਦੀ ਹੈਗੀ ਹੈ, ਤੇ ਤਲਵਾਰਾਂ ਦੀ ਹੈਗੀਆਂ ਸਟੋਰੀ ਦੇ ਨਾਲ। ਲੇਕਿਨ 2 ਤਲਵਾਰਾਂ ਮਤਲਬ ਉਹ ਬੈਲੈਂਸ ਹੈਗਾ, ਸਪਿਰਿਚੁਅਲ ਦਾ ਤੇ ਟੈਂਪੋਰਲ ਦਾ। ਸਾਰਾ ਕੁਝ ਜਿਹੜਾ ਹੈ ਉਹ ਇੰਡੀਆ 'ਚ ਹੀ ਤਿਆਰ ਕੀਤਾ ਗਿਆ ਹੈ ਜਾਂ ਫਿਰ ਫੋਰਨ ਤੋਂ ਵੀ ਕੁਝ ਇੰਪੋਰਟ ਕਰਨਾ ਪਿਆ ਜਾਂ ਕੁਝ ਹੈਲਪ ਜਿਹੜੀ ਹੈ ਲੈਣੀ ਪਈ? ਨਹੀਂ, ਸਭ ਬਣਾਇਆ ਇੰਡੀਆ 'ਚ। ਟੈਲੈਂਟ ਸਾਰਾ ਇੰਡੀਅਨ ਹੈਗਾ, ਤੇ ਇਕਵਿਪਮੈਂਟ ਕੁਝ ਬਾਹਰੋਂ ਆਈ ਹੈ, ਕੁਝ ਸਰਵਰ, ਕੁਝ ਫਾਈਨ ਇਕਵਿਪਮੈਂਟ ਬਾਹਰੋਂ ਆਈ ਹੈ, ਲੇਕਿਨ ਬਾਕੀ ਸਾਰਾ ਬਣਾਇਆ ਇੰਡੀਆ 'ਚ ਹੈ। ਇੰਡੀਅਨ ਟੈਲੈਂਟ ਨੇ ਬਣਾਇਆ। ਇਹ ਜਿਹੜਾ ਇੰਟਰਨਲ ਪਾਰਟ ਤੁਹਾਨੂੰ ਦਿਖਾ ਰਹੇ ਹਾਂ, ਮੀਰੀ ਪੀਰੀ ਦਾ ਜਿਹੜਾ ਹੈ ਜ਼ਿਕਰ ਉਹ ਜ਼ਰੂਰ ਬਹਿਲ ਸਾਹਿਬ ਨੇ ਵੀ ਕੀਤਾ ਹੈ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਉਸ ਨੂੰ ਵੀ ਬਣਾਇਆ ਗਿਆ ਹੈ, ਤੇ ਪੂਰਾ ਜਿਹੜਾ ਡਿਜ਼ਾਈਨ ਹੈ, ਜਿਹੜਾ ਕੰਸਲਟੈਂਟ ਨੇ ਉਹ ਅਮਰਦੀਪ ਬਹਿਲ ਵੱਲੋਂ ਇਹ ਸਾਰਾ ਜਿਹੜਾ ਹੈ ਉਹ ਡਿਜ਼ਾਈਨ ਕੀਤਾ ਗਿਆ ਹੈ। ਇਸ
ਥੀਮ ਪਾਰਕ ਦੇ ਵਿੱਚ ਕਾਫੀ ਕੁਝ ਦੇਖਣ ਲਈ ਵੀ ਹੈ ਤੇ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਲੋਕ ਗੈਲਰੀ ਦੇ ਵਿੱਚ ਮੂਵੀ ਦੇ ਵਿੱਚ ਦੇਖ ਕੇ ਆਣ, ਸ਼ੋਅ ਦੇ ਵਿੱਚ ਦੇਖ ਕੇ ਆਣ, ਤਾਂ ਬਾਹਰ ਜਾ ਕੇ ਵੀ ਉਸ ਦੀ ਛਵੀ ਉਹਨਾਂ ਨੂੰ ਜ਼ਰੂਰ ਦਿਖੇ। ਇਸ ਪਾਰਕ ਦੇ ਵਿੱਚ 11 ਗੈਲਰੀਆਂ ਦੇ ਵਿੱਚ ਆਧੁਨਿਕ ਤਕਨੀਕਾਂ ਦੇ ਰਾਹੀਂ ਸਿੱਖ ਫਲਸਫੇ, ਸ੍ਰੀ ਚਮਕੌਰ ਸਾਹਿਬ ਦੇ ਸਾਕੇ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਛੱਡਣ ਤੋਂ ਲੈ ਕੇ ਸਰਸਾ ਨਦੀ ਦੇ ਵਿਛੋੜੇ, ਮਾਛੀਵਾੜਾ ਦੇ ਜੰਗਲਾਂ ਸਣੇ ਵੱਡੇ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਣੇ ਬਾਬਾ ਬੰਦਾ ਬਹਾਦਰ ਦਾ ਪੰਜਾਬ ਵੱਲ ਕੂਚ ਕਰਨਾ ਤੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨਾ ਬਿਰਤਾਂਤ ਨੂੰ ਪੇਸ਼ ਕੀਤਾ ਗਿਆ। ਦਰਅਸਲ ਇਸ ਥੀਮ ਪਾਰਕ ਦੀਆਂ ਗੈਲਰੀਆਂ ਜਾਂ ਮਿਊਜ਼ੀਅਮ ਦੇ ਵਿੱਚ ਕੋਈ ਫੋਟੋ ਨਹੀਂ ਲੱਗੀ, ਬਲਕਿ ਇਹਨਾਂ ਗੈਲਰੀਆਂ ਦੇ ਜ਼ਰੀਏ ਨਵੀਂ ਤਕਨੀਕ ਦੇ ਨਾਲ ਸਿੱਖ ਇਤਿਹਾਸ ਦੇ ਪੰਨਿਆਂ ਦੀ ਝਲਕ ਪੇਸ਼ ਕਰ ਕਮਾਲ ਕਰ ਦਿੱਤਾ ਗਿਆ। ਇਸ ਬਾਰੇ ਟੀਨੂ ਸ਼ਰਮਾ ਨੇ ਖੁੱਲ ਕੇ ਜ਼ੀ ਮੀਡੀਆ ਦੇ ਨਾਲ ਗੱਲਬਾਤ ਕੀਤੀ, ਜੋ ਕਿ ਇਸ ਪ੍ਰੋਜੈਕਟ ਦੇ ਨਾਲ ਸ਼ੁਰੂਆਤ ਤੋਂ ਹੀ ਜੁੜੇ ਹੋਏ ਨੇ। ਦਾਸਤਾਨੀ ਸ਼ਹਾਦਤ ਯਾਨੀ ਕਿ ਸ਼ਹਾਦਤ ਦੀ ਕਹਾਣੀ, ਇਸ ਕਹਾਣੀ ਨੂੰ ਕਿਸ ਤਰ੍ਹਾਂ 11 ਗੈਲਰੀਜ਼ ਦੇ ਵਿੱਚ ਡਿਪਿਕਟ ਕੀਤਾ ਗਿਆ, ਇਸ ਬਾਰੇ ਸਾਨੂੰ ਟੀਨੂ ਦੱਸਣਗੇ, ਕਿਉਂਕਿ ਸ਼ਹਾਦਤ ਦੀ ਇਸ ਕਹਾਣੀ ਨੂੰ ਇੱਕ ਗੈਲਰੀ ਜਾਂ ਇੱਕ ਸ਼ੋਅ ਦੇ ਜ਼ਰੀਏ ਵੀ ਦਿਖਾਇਆ ਜਾ ਸਕਦਾ ਸੀਗਾ, ਪਰ ਟੀਨੂ ਕੀ ਕਾਰਨ ਹੈ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਇਸ ਕਹਾਣੀ ਨੂੰ ਡਿਪਿਕਟ ਕੀਤਾ ਗਿਆ? ਸੀ ਅਲੱਗ-ਅਲੱਗ ਤਰੀਕੇ ਦੇ ਨਾਲ ਇਸ ਕਹਾਣੀ ਨੂੰ ਇਸ ਲਈ ਦਿਖਾਇਆ ਜਾ ਰਿਹਾ ਹੈ ਗੈਲਰੀਜ਼ ਦੇ ਵਿੱਚ, ਤਾਂ ਕਿ ਲੋਕਾਂ ਨੂੰ ਉਸ ਦੇ ਨਾਲ ਜੋੜਿਆ ਜਾ ਸਕੇ, ਲੋਕਾਂ ਨੂੰ ਐਕਚੁਅਲ 'ਚ ਓਰੀਜਨਲ ਜਿਹੜੀ ਹੈ ਸਟੋਰੀ ਉਸ ਦੇ ਬਾਰੇ ਜਾਣਕਾਰੀ, ਸਟੋਰੀ ਨਹੀਂ ਕਹਿ ਸਕਦੀ ਮੈਂ, ਇੱਕ ਇਤਿਹਾਸ ਹੈ, ਇਤਿਹਾਸ ਬਾਰੇ ਪੂਰੀ ਜਾਣਕਾਰੀ ਦਿਖੇ। ਇਨਫੈਕਟ ਮੈਂ ਇਹ ਵੀ ਸੋਚਦੀ ਹਾਂ ਕਿ ਜਿਹੜੀ ਇਹ ਮਿਊਜ਼ੀਅਮ ਔਰ ਅਜਾਇਬ ਘਰ ਬਣਾਉਣ ਦਾ ਮੇਨ ਮਕਸਦ ਸਾਡੇ ਸੀਐਮ ਸਾਹਿਬ ਦਾ ਸੀ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗੇ। ਮੈਨੂੰ ਲੱਗਦਾ ਹੈ ਕਿ ਤੁਸੀਂ ਕੋਈ ਵੀ ਗੈਲਰੀ 'ਚ ਪਹਿਲਾਂ ਨਹੀਂ ਜਾ ਸਕਦੇ, ਯਾਨੀ ਕਿ 3 ਜਾਂ 4 'ਚ ਨਹੀਂ ਜਾ ਸਕਦੇ, ਹਾਲਾਂਕਿ ਤੁਸੀਂ ਜਾਓਗੇ ਤਾਂ ਫਿਰ ਵੀ ਤੁਹਾਨੂੰ ਕਹਾਣੀ ਸਮਝਾ ਜਾਏਗੀ ਕਿ ਇਹ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਕਹਾਣੀ ਹੈ ਤੇ ਇਹ ਸਾਡੇ ਜਿਹੜੇ 10ਵੀਂ ਪਾਤਸ਼ਾਹੀ ਹੈ ਉਹਨਾਂ ਦੀ ਕਹਾਣੀ ਹੈ। ਪਰ ਤੁਹਾਨੂੰ ਲੱਗਦਾ ਕਿ ਸੀਕੁਐਂਸ ਟੁੱਟਣਾ ਨਹੀਂ ਚਾਹੀਦਾ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਪਹਿਲੀ ਗੈਲਰੀ 'ਚ ਜਾਓ ਤੇ ਉਸ ਤੋਂ ਬਾਅਦ ਲਗਾਤਾਰ ਸੈਕਿੰਡ, ਥਰਡ ਇਸ ਤਰ੍ਹਾਂ ਦੇਖੋ। ਬਿਲਕੁਲ ਜੀ, ਕਿਉਂਕਿ ਜਦੋਂ ਤੁਸੀਂ ਪਹਿਲੀ ਗੈਲਰੀ ਤੋਂ ਜਾਂਦੇ ਹੋ ਜਿੱਥੇ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦੀ ਹੈ, ਔਰ ਉਸ ਤੋਂ ਪਹਿਲਾਂ ਉਹਨਾਂ ਦੀ ਵੀ ਜਾਣ ਪਛਾਣ ਜਿਹੜੇ ਉਰਦੂ ਸ਼ਾਇਰ ਮਸ਼ਹੂਰ ਹੈਗੇ ਸੀਗੇ ਜੋਗੀ ਅੱਲਾ ਯਾਰ ਖਾਨ, ਉਹਨਾਂ ਦਾ ਵੀ ਇੰਟਰੋਡਕਸ਼ਨ ਬਹੁਤ ਖੂਬਸੂਰਤ ਢੰਗ ਦੇ ਨਾਲ ਇਸ ਗੈਲਰੀ ਦੇ ਵਿੱਚ ਬਿਆਨ ਕੀਤਾ ਗਿਆ ਹੈ। ਔਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੱਕ। ਹੁਣ ਕਹਾਣੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸ਼ੁਰੂ ਹੁੰਦੀ ਹੈ, ਜਦੋਂ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਪਹੁੰਚਦੇ ਨੇ। ਸੈਕਿੰਡ ਗੈਲਰੀ ਇੱਕ ਸੈੱਟ ਦੇ ਰੂਪ ਦੇ ਵਿੱਚ ਬਣਿਆ ਹੋਇਆ ਗੈਲਰੀ ਹੈ। ਸੀਕੁਐਂਸ ਦੇ ਵਿੱਚ ਇਸ ਕਰਕੇ ਤੁਹਾਨੂੰ ਸ਼ੋਅ ਦੇਖਣਾ ਚਾਹੀਦਾ ਹੈ ਕਿਉਂਕਿ ਸੀਕੁਐਂਸ ਦੇ ਵਿੱਚ ਤੁਹਾਨੂੰ ਕਹਾਣੀ ਲੜੀ ਬਰ ਲੜੀ ਜੁੜਦੀ ਜਾ ਰਹੀ ਹੈ, ਇਤਿਹਾਸ ਲੜੀ ਬਰ ਲੜੀ ਜੁੜਦਾ ਜਾ ਰਿਹਾ ਹੈ। ਸੋ ਜਿਸ ਤਰ੍ਹਾਂ ਇਤਿਹਾਸ ਲੜੀ ਬਰ ਲੜੀ ਜੁੜਦਾ ਜਾਏਗਾ, ਤੁਸੀਂ ਉਹਦੇ ਸੀਕੁਐਂਸ ਦੇ ਨਾਲ ਇਤਿਹਾਸ ਨੂੰ ਜਾਣਦੇ ਜਾਓਗੇ। ਭਾਈ ਜੈਤਾ ਜੀ ਦਾ ਸੈੱਟ ਲੱਗਾ ਹੋਇਆ ਪੂਰਾ, ਜਿੱਥੇ ਉਹ ਮਾਛੀਵਾੜੇ ਦਾ ਜਿੱਥੇ ਉਹ ਜੰਗਲ ਦਾ ਸੀਨ ਦਿਖਾਇਆ, ਜਿਨ੍ਹਾਂ ਦੇ ਵਿੱਚੋਂ ਗੁਜ਼ਰਦੇ ਹੋਏ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਆਪਣੀ ਬੁੱਕਲ ਦੇ ਵਿੱਚ ਲੁਕੋ ਰੱਖਿਆ ਹੈ ਤੇ ਅਨੰਦਪੁਰ ਸਾਹਿਬ ਪੁੱਜਦੇ ਨੇ। ਜਦੋਂ ਅਸੀਂ ਗੈਲਰੀ 3 ਵੱਲ ਵੱਧਦੇ ਹਾਂ ਤੇ ਗੈਲਰੀ 3 ਦੇ ਵਿੱਚ ਹੁਣ ਗੈਲਰੀ 2 ਤੋਂ ਅਗਲੇ ਵਾਲਾ ਇਤਿਹਾਸ ਕਿ ਗੈਲਰੀ 3 ਦੇ ਵਿੱਚ ਉਹ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ, ਜਿੱਥੇ ਗੁਰੂ ਸਾਹਿਬ ਉਹਨਾਂ ਦੇ ਸੀਸ ਦਾ ਬੜੇ ਹੀ ਅਦਬ ਦੇ ਨਾਲ ਉਸ ਨੂੰ ਸੰਸਕਾਰ ਕੀਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਗੈਲਰੀ 3 ਦੇ ਵਿੱਚ ਜਿਹੜੀ ਕਹਾਣੀ ਸ਼ੁਰੂ ਹੁੰਦੀ ਹੈ ਉਹ ਖਾਲਸੇ ਦੇ ਜਨਮ ਦੀ ਕਹਾਣੀ ਹੈ। ਖਾਲਸੇ ਦੇ ਜਨਮ ਦੀ ਕਹਾਣੀ ਹੈ, ਸਾਹਿਬਜ਼ਾਦਿਆਂ ਦੇ ਜਨਮ ਦੀ ਕਹਾਣੀ ਹੈ, ਜਸ਼ਨ ਉਤਸ਼ਾਹ ਤਿਉਹਾਰ ਹਰ ਚੀਜ਼ ਤੁਹਾਨੂੰ ਗੈਲਰੀ 3 ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਔਰ ਅਪਾਰਟ ਫਰੋਮ ਦੈਟ ਤੁਹਾਨੂੰ ਗੈਲਰੀ 3 ਦੇ ਵਿੱਚ ਲੜਾਈ ਵੀ ਦੇਖਣ ਨੂੰ ਮਿਲਦੀ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਖਾਲਸੇ ਦੀ ਕਰੜੀ ਜੰਗ ਦੇਖਣ ਨੂੰ ਮਿਲਦੀ ਹੈ। ਤੇ ਇਹ ਗੈਲਰੀ ਖਤਮ ਹੁੰਦੀ ਹੈ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਗੁਰੂ ਸਾਹਿਬ ਤੋਂ ਉਹਨਾਂ ਦੇ ਪਰਿਵਾਰ ਤੋਂ ਛੁਡਵਾ ਲਿਆ ਜਾਂਦਾ ਹੈ ਔਰ ਜਿੱਥੇ ਪਰਿਵਾਰ ਵਿਛੋੜਾ ਹੁੰਦਾ ਹੈ ਉੱਥੇ ਹੀ ਗੈਲਰੀ ਖਤਮ ਹੋ ਜਾਂਦੀ ਹੈ। ਬਿਲਕੁਲ, ਅਗਲੀ ਵੀ ਪੂਰੀ ਜਾਣਦੇ ਹਾਂ ਕਿ ਹਰ ਗੈਲਰੀ 'ਚ ਤੁਹਾਨੂੰ ਕੀ ਕੁਝ ਦੇਖਣ ਨੂੰ ਮਿਲੇਗਾ, ਕਿਉਂਕਿ ਜਿਸ ਤਰ੍ਹਾਂ ਟੀਨੂ ਵੀ ਦੱਸ ਰਹੇ ਨੇ ਕਿ ਤੁਹਾਨੂੰ ਜੋੜ ਕੇ ਰੱਖਦੀ ਹੈ, ਤੁਹਾਨੂੰ ਤੁਹਾਡਾ ਇਤਿਹਾਸ ਜਿਹੜਾ ਹੈ ਉਹ ਪਤਾ ਲੱਗਦਾ। ਖਾਸ ਤੌਰ ਤੇ ਮੈਨੂੰ ਲੱਗਦਾ ਕਿ ਜਿਹੜੇ ਯੂਥ ਨੇ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਜ਼ਰੂਰ ਇਹ ਪੂਰੇ ਸ਼ੋਅ ਜਿਹੜੇ ਆ ਉਹ ਦੇਖਣੇ ਚਾਹੀਦੇ ਨੇ, ਹੈ ਨਾ। ਤੇ ਅਗਲੀ ਗੈਲਰੀ ਵੱਲ ਜਾਈਏ ਤਾਂ ਉੱਥੇ ਕੀ ਦੇਖਣ ਨੂੰ ਮਿਲੇਗਾ? ਜੀ ਬਿਲਕੁਲ, ਜਦੋਂ ਤੁਸੀਂ ਗੈਲਰੀ 4 ਵੱਲ ਵੱਧਦੇ ਹੋ ਤੇ ਗੈਲਰੀ 3 ਦੇ ਇਤਿਹਾਸ ਦੇ ਨਾਲ ਜੁੜਦਾ ਹੋਇਆ ਉਹ ਇਤਿਹਾਸ ਹੈ ਜਦੋਂ ਚੌਧਰੀ ਬੁੱਧੀ ਚੰਦ ਦੀ ਖਾਨਦਾਨੀ ਕੱਚੀ ਗੜੀ ਦੇ ਵਿੱਚ ਗੁਰੂ ਸਾਹਿਬ ਉਤਾਰਾ ਕਰਦੇ ਨੇ, ਉੱਥੇ ਥਾਂ ਲੈਂਦੇ ਨੇ ਰਹਿਣ ਵਾਸਤੇ। ਔਰ ਉਸ ਦੇ ਬਾਅਦ ਮੁਗਲ ਫੌਜਾਂ ਦੇ ਨਾਲ ਉੱਥੇ ਜਿਹੜੀ ਲੜਾਈ ਹੁੰਦੀ ਹੈ, ਅਪਾਰਟ ਫਰੋਮ ਦੈਟ ਉਸੇ ਲੜਾਈ ਦੇ ਵਿੱਚ ਜਿਸ ਨੂੰ ਚਮਕੌਰ ਸਾਹਿਬ ਦੀ ਲੜਾਈ ਕਿਹਾ ਜਾਂਦਾ ਹੈ, ਅਜਿਹੀ ਧਰਤੀ ਦੀ ਲੜਾਈ ਕਿਹਾ ਜਾਂਦਾ ਹੈ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਖਾਈ ਗਈ ਹੈ ਇਸ ਧਰਤੀ ਦੀ। ਔਰ ਫਿਰ ਇਹ ਜਾ ਕੇ ਖਤਮ ਹੁੰਦੀ ਹੈ ਜੀ ਭਾਈ ਸੰਗਤ ਜੀ ਦੀ ਲੜਾਈ ਦੇ ਵਿੱਚ, ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਕਲਗੀ ਪਹਿਨਾਈ ਗਈ ਸੀ। ਔਰ ਇਸੇ ਤਰ੍ਹਾਂ ਇਤਿਹਾਸ ਅੱਗੇ ਅੱਗੇ ਤੁਰਦਾ ਜਾਂਦਾ ਹੈ। ਔਰ ਫਿਰ 5ਵੀਂ ਗੈਲਰੀ ਦੇ ਵਿੱਚ ਜਿੱਥੇ
ਤੀਸਰੀ ਗੈਲਰੀ 'ਚ ਤੁਸੀਂ ਲਾਸਟ ਵਿੱਚ ਦੇਖਦੇ ਹੋ ਕਿ ਪਰਿਵਾਰ ਵਿਛੋੜਾ ਹੋ ਜਾਂਦਾ ਹੈ। ਸਾਹਿਬਜ਼ਾਦੇ ਗੁਰੂ ਸਾਹਿਬ ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ, ਪਰ ਛੋਟੇ ਸਾਹਿਬਜ਼ਾਦੇ ਜਦੋਂ ਮਾਤਾ ਗੁਜਰੀ ਦੇ ਨਾਲ ਉਹਨਾਂ ਤੋਂ ਜੁਦਾ ਹੋ ਜਾਂਦੇ ਨੇ, ਉਸ ਦੀ ਕਹਾਣੀ ਤੋਰੀ ਜਾਂਦੀ ਹੈ ਪੰਜਵੀਂ ਗੈਲਰੀ ਦੇ ਵਿੱਚ। ਉਹ ਇਤਿਹਾਸ ਤੁਰਦਾ ਹੈ ਪੰਜਵੀਂ ਗੈਲਰੀ ਦੇ ਵਿੱਚ, ਤੇ ਪੰਜਵੀਂ ਗੈਲਰੀ ਦੇ ਵਿੱਚ ਇੱਕ ਸੈੱਟ ਲੱਗਾ ਹੈ ਜਿੱਥੇ ਗੰਗੂ ਰਸੋਈਆ ਜਿਹੜਾ ਉਹਨਾਂ ਦੇ ਨਾਲ ਰਹਿ ਜਾਂਦਾ ਹੈ, ਉਹਨਾਂ ਦੇ ਘਰ ਦੇ ਵਿੱਚ ਮਾਤਾ ਗੁਜਰੀ ਔਰ ਛੋਟੇ ਸਾਹਿਬਜ਼ਾਦੇ ਪਨਾਹ ਲੈਂਦੇ ਨੇ, ਰਾਤ ਕੱਟਦੇ ਨੇ, ਤੇ ਉਹ ਕਹਾਣੀ, ਉਹ ਇਤਿਹਾਸ ਪੰਜਵੀਂ ਗੈਲਰੀ ਦੇ ਵਿੱਚ ਇੱਕ ਸੈੱਟ ਦੇ ਰੂਪ ਦੇ ਵਿੱਚ ਦਰਸਾਈ ਗਈ ਹੈ। ਤੇ ਇਸ ਤੋਂ ਬਾਅਦ ਅਸੀਂ ਵੱਧਦੇ ਹਾਂ ਜੀ 6ਵੀਂ ਗੈਲਰੀ ਵੱਲ। ਜਦੋਂ 6ਵੀਂ ਗੈਲਰੀ ਵੱਲ ਵੱਧਦੇ ਹਾਂ ਤਾਂ ਉੱਥੇ 3D ਐਨੀਮੇਸ਼ਨ ਫਿਲਮ ਤੁਹਾਨੂੰ ਦੁਬਾਰਾ ਤੋਂ ਦੇਖਣ ਨੂੰ ਮਿਲੇਗੀ, ਜਿਸ ਦੇ ਵਿੱਚ ਇਤਿਹਾਸ ਦੱਸਿਆ ਗਿਆ ਹੈ ਮਾਤਾ ਗੁਜਰੀ ਜੀ ਦਾ ਠੰਡੇ ਬੁਰਜ ਦੇ ਵਿੱਚ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਰਾਤ ਕੱਟਣ ਤੋਂ ਲੈ ਕੇ ਜਿਹੜਾ ਸੂਬਾ ਸਰਹੰਦ ਦੀ ਕਚਹਿਰੀ, ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਬੇਖੌਫ ਤੁਸੀਂ ਰੂਪ ਦੇਖੋਗੇ, ਔਰ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਤੇ ਜਾ ਕੇ ਇਹ ਸਾਰੀ ਜਿਹੜੀ ਇਤਿਹਾਸ ਹੈ 6ਵੀਂ ਨੰਬਰ ਗੈਲਰੀ ਦੇ ਵਿੱਚ ਖਤਮ ਹੁੰਦਾ ਹੈ। ਤੇ ਉਸ ਤੋਂ ਬਾਅਦ ਅਸੀਂ ਵੱਧਦੇ ਹਾਂ ਜੀ 7ਵੀਂ ਗੈਲਰੀ ਦੇ ਵਿੱਚ। 7ਵੀਂ ਗੈਲਰੀ ਤੇ 8ਵੀਂ ਗੈਲਰੀ ਦੀ ਗੱਲ ਮੈਂ ਇਕੱਠੀ ਕਰਾਂਗੀ ਕਿਉਂਕਿ ਇਹ ਗੈਲਰੀ ਇੱਕ ਸੈੱਟ ਹੀ ਹੈ, ਔਰ 7ਵੀਂ ਗੈਲਰੀ ਦੇ ਵਿੱਚ ਕੁਝ ਮਾਛੀਵਾੜੇ ਜੰਗਲ ਦਾ ਸੀਨ ਹੈ, ਜਿਸ ਦੇ ਵਿੱਚ ਗੁਰੂ ਸਾਹਿਬ ਸੁੱਤੇ ਹੋਏ ਦਿਖਾਏ ਗਏ ਨੇ ਕਿ ਜਦੋਂ ਮਾਛੀਵਾੜੇ ਜੰਗਲ ਦੇ ਵਿੱਚ ਸੌਂਦੇ ਨੇ ਔਰ ਮਿੱਤਰ ਪਿਆਰੇ ਨੂੰ ਯਾਦ ਕਰਦੇ ਨੇ। ਉਹ ਤੁਹਾਨੂੰ ਰੂਪ 7ਵੀਂ ਗੈਲਰੀ ਦੇ ਵਿੱਚ ਦੇਖਣ ਨੂੰ ਮਿਲੇਗਾ। 8ਵੀਂ ਗੈਲਰੀ ਵੱਲ ਜੋ ਤੁਸੀਂ ਵੱਧਦੇ ਹੋ ਤਾਂ ਇਤਿਹਾਸ ਉੱਥੋਂ ਹੀ ਤੁਰਦਾ ਹੈ, ਮਿੱਤਰ ਪਿਆਰੇ ਦੀ ਉਸ ਯਾਦ ਤੋਂ। ਮਾਛੀਵਾੜੇ ਦੇ ਵਿੱਚ ਜਦੋਂ ਸ਼ਹਿਨਸ਼ਾਹ ਸੁੱਤਾ ਹੈ ਤੇ ਉਹ ਹੌਲੀ ਹੌਲੀ ਵੱਧਦਾ ਹੈ ਔਰੰਗਜ਼ੇਬ ਨੂੰ, ਜਦੋਂ ਗੁਰੂ ਸਾਹਿਬ ਉਸ ਦੀ ਹਾਰ ਦਾ ਇੱਕ ਖਤ ਲਿਖਦੇ ਨੇ ਫਾਰਸੀ ਜ਼ੁਬਾਨ ਦੇ ਵਿੱਚ, ਜ਼ਫਰਨਾਮੇ ਦੇ ਵਿੱਚ। 40 ਮੁਕਤੇ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਮਾਫ ਕਰ ਦਿੰਦੇ ਨੇ ਗੁਰੂ ਸਾਹਿਬ। 8ਵੀਂ ਗੈਲਰੀ ਦੇ ਵਿੱਚ ਤੁਸੀਂ ਦੇਖੋਗੇ ਪ੍ਰੋਪਰ। ਔਰ ਉਸ ਤੋਂ ਬਾਅਦ ਇਹ ਜਾ ਕੇ ਖਤਮ ਹੁੰਦੀ ਹੈ ਜੀ ਗੈਲਰੀ ਜਦੋਂ ਉਹ ਨੰਦੇੜ ਵੱਲ ਵੱਧ ਜਾਂਦੇ ਨੇ ਗੁਰੂ ਸਾਹਿਬ। ਨੰਦੇੜ ਸਾਡੀ 9ਵੀਂ ਗੈਲਰੀ ਦੇ ਵਿੱਚ ਹੈ। ਨੰਦੇੜ ਸਾਹਿਬ ਦਾ ਉਹ ਵਰਤਾਂਤ ਜਦੋਂ ਬੰਦਾ ਸਿੰਘ ਬਹਾਦਰ, ਜਿਹਨੂੰ ਅਸੀਂ ਮਾਧੋ ਦਾਸ ਦੇ ਨਾਮ ਨਾਲ ਜਾਣਦੇ ਸੀ, ਉਹ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਨੂੰ ਮਿਲ ਕੇ ਬੰਦਾ ਸਿੰਘ ਬਹਾਦਰ ਬਣਦਾ ਹੈ। ਗੁਰੂ ਸਾਹਿਬ ਉਸ ਨੂੰ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣਾਉਂਦੇ ਨੇ। 9ਵੀਂ ਗੈਲਰੀ ਦੀ ਜੇ ਮੈਂ ਗੱਲ ਕਰਾਂ ਤੇ ਉਹ ਇਤਿਹਾਸ ਜੋੜਦੀ ਹੈ ਜੀ ਬੰਦਾ ਸਿੰਘ ਬਹਾਦਰ ਦੇ ਨਾਲ। ਬੰਦਾ ਸਿੰਘ ਬਹਾਦਰ ਜਿਸ ਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਮਾਧੋ ਦਾਸ ਬੰਦਾ ਸਿੰਘ ਬਹਾਦਰ ਬਣਦਾ ਹੈ ਜੀ ਗੁਰੂ ਸਾਹਿਬ ਨੂੰ ਮਿਲਣ ਤੋਂ ਬਾਅਦ। ਗੁਰੂ ਸਾਹਿਬ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਦਿੰਦੇ ਨੇ ਤੇ ਆਪਣਾ ਪਿਆਰ ਭਰਾ ਥਾਪੜਾ ਦਿੰਦੇ ਨੇ ਤਾਂ ਕਿ ਉਹ ਸੂਬਾ ਸਰਹੰਦ ਦੇ ਕੀਤੇ ਹੋਏ ਉਸ ਜ਼ੁਲਮ ਦਾ ਬਦਲਾ ਲੈ ਸਕੇ। ਤੇ ਬੰਦਾ ਸਿੰਘ ਬਹਾਦਰ ਉਸ ਗੈਲਰੀ 'ਚ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਅੱਗੇ ਵੱਧਦਾ ਹੈ, ਆਪਣੀ ਪੂਰੀ ਸੈਨਾ ਇਕੱਠੀ ਕਰਦਾ ਹੈ, ਲੋਕਾਂ ਨੂੰ ਇਕੱਠਾ ਕਰਦਾ ਹੈ, ਆਪਣੇ ਨਾਲ ਜੋੜਦਾ ਹੈ। ਔਰ 10ਵੀਂ ਗੈਲਰੀ 'ਚ ਤੁਸੀਂ ਇੱਕ ਸੈੱਟ ਦੇਖੋਗੇ, ਮਿਊਨਰਲ ਦੇਖੋਗੇ, ਜਿੱਥੇ ਸਿਰਫ ਘੋੜੇ ਤੁਹਾਨੂੰ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਸੈਨਿਕ ਉਸਦੇ ਜੱਥਾ ਭੱਜਦਾ ਹੋਇਆ ਨਜ਼ਰ ਆਏਗਾ। ਫਿਰ ਅਸੀਂ ਪਹੁੰਚਦੇ ਹਾਂ ਜੀ 11 ਨੰਬਰ ਗੈਲਰੀ ਦੇ ਵਿੱਚ, ਜਿਹੜੀ ਇਸ ਪੂਰੇ ਅਜਾਇਬ ਘਰ ਦਾ ਅਖੀਰਲਾ ਪੜਾਅ ਜਿਹਨੂੰ ਅਸੀਂ ਕਹਿ ਸਕਦੇ ਹਾਂ। ਔਰ ਇਸ ਗੈਲਰੀ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਲੜਾਈ ਵਜ਼ੀਰ ਖਾਨ ਨਾਲ, ਉਹ ਸ਼ੁਰੂਆਤ ਤਾਂ ਬੰਦਾ ਸਿੰਘ ਬਹਾਦਰ ਦੇ ਉਸ ਜਜ਼ਬੇ ਤੋਂ ਹੁੰਦੀ ਹੈ, ਪਰ ਉਸ ਗੈਲਰੀ ਦਾ ਅੰਤ ਹੁੰਦਾ ਹੈ ਜੀ ਵਜ਼ੀਰ ਖਾਨ ਦੀ ਮੌਤ ਦੇ ਨਾਲ, ਸੂਬਾ ਸਰਹੰਦ ਦੀ ਜਿੱਤ ਦੇ ਨਾਲ। ਬੰਦਾ ਸਿੰਘ ਬਹਾਦਰ ਖਾਲਸੇ ਦਾ ਝੰਡਾ ਜਦੋਂ ਸੂਬਾ ਸਰਹੰਦ ਦੇ ਉਸ ਕਿਲੇ ਦੇ ਉੱਤੇ ਲਹਿਰਾਉਂਦਾ ਹੈ, ਉੱਥੇ ਜਾ ਕੇ ਇਹ ਗੈਲਰੀ ਖਤਮ ਹੋ ਜਾਂਦੀ ਹੈ। ਇਹਨਾਂ ਗੈਲਰੀਆਂ ਨੂੰ ਤਿਆਰ ਕਰਨ ਦੇ ਵਿੱਚ 100 ਤੋਂ ਵੱਧ ਐਨੀਮੇਟਰਸ ਦੇ ਵੱਲੋਂ 90,000 ਘੰਟੇ ਕੰਮ ਕੀਤਾ ਗਿਆ। ਹਰ ਗੈਲਰੀ ਦੇ ਵਿੱਚ ਐਡਵਾਂਸ ਤੇ ਵੱਖਰੀ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ। ਦੱਸਦੀ ਹੈ ਕਿ ਇਸ ਪ੍ਰੋਜੈਕਟ ਦੀ ਸਮੁੱਚੀ ਸਕ੍ਰਿਪਟ ਜਿੱਥੇ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਦੇ ਵੱਲੋਂ ਲਿਖੀ ਗਈ ਹੈ, ਉੱਥੇ ਹੀ ਗੈਲਰੀਆਂ ਦੇ ਵਿੱਚ ਵਿਖਾਏ ਜਾਣ ਵਾਲੇ ਸਿੱਖ ਇਤਿਹਾਸ ਨੂੰ ਦਰਸਾਉਂਦਿਆਂ ਐਨੀਮੇਸ਼ਨ ਫਿਲਮਾਂ, ਗੀਤਾਂ ਤੇ ਕਮੈਂਟਰੀ ਨੂੰ ਮੁੰਬਈ ਤੇ ਦਿੱਲੀ ਦੇ ਨਾਮੀ ਸਟੂਡੀਓ ਤੋਂ ਤਿਆਰ ਕਰਵਾਇਆ ਗਿਆ। ਇਹਨਾਂ ਫਿਲਮਾਂ ਦੇ ਵਿੱਚ ਦੇਸ਼ ਦੇ ਨਾਮੀ ਗਾਇਕਾਂ ਕੈਲਾਸ਼ ਖੇਰ ਤੋਂ ਲੈ ਕੇ ਸੁਖਵਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰਾਂ ਨੇ ਆਵਾਜ਼ ਦਿੱਤੀ ਹੈ। ਇਸ ਪ੍ਰੋਜੈਕਟ ਨੂੰ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਤਿਆਰ ਕਰਨ ਵਾਲੇ ਦੇ ਤਕਨੀਕੀ ਮਾਹਿਰਾਂ ਦੀ ਟੀਮ ਡਿਜ਼ਾਈਨਰਾਂ ਦੇ ਵੱਲੋਂ ਮੁਕੰਮਲ ਕੀਤਾ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ 11 ਗੈਲਰੀਜ਼ ਦਾ ਜ਼ਿਕਰ ਕੀਤਾ ਤੇ ਅਸੀਂ ਵੀ 11 ਗੈਲਰੀਜ਼ ਦੇ ਵਿੱਚ ਗਏ ਤੇ ਅਲੱਗ-ਅਲੱਗ ਸ਼ੋਜ਼ ਅਸੀਂ ਵੀ ਦੇਖੇ। ਤੇ ਸਭ ਤੋਂ ਜ਼ਿਆਦਾ ਇੰਟਰਸਟਿੰਗ ਇਹ ਸੀਗਾ ਕਿ ਹਰ ਗੈਲਰੀ ਦੇ ਵਿੱਚ ਕੁਛ ਨਾ ਕੁਛ ਡਿਫਰੈਂਟ ਸੀਗਾ। ਜਿਹੜੀਆਂ ਫਿਲਮਸ ਵੀ ਚੱਲ ਰਹੀਆਂ ਨੇ, ਸ਼ੋਜ਼ ਚੱਲ ਰਹੇ ਨੇ, ਉਹ ਬੜੇ ਹੀ ਵੱਖਰੇ ਨੇ। ਪੰਜਾਬ ਦੇ ਵਿੱਚ ਬਹੁਤ ਘੱਟ ਲੋਕਾਂ ਨੇ ਅਜਿਹੇ ਸ਼ੋਅ ਜਿਹੜੇ ਨੇ ਉਹ ਦੇਖੇ ਹੋਣਗੇ। ਹਰ ਗੈਲਰੀ ਦੇ ਵਿੱਚ ਅਲੱਗ-ਅਲੱਗ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ। ਸਾਡੇ ਨਾਲ ਅੰਜਲੀ ਤੇ ਸੰਜੀਵ ਨੇ, ਉਹਨਾਂ ਤੋਂ ਜਾਣਦੇ ਹਾਂ ਕਿਉਂਕਿ 2 ਸਾਲ ਤੋਂ ਲਗਾਤਾਰ ਇਹ ਪੂਰਾ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਨੇ। ਨਾਲ ਹੀ ਇਹ ਵੀ ਜਾਣਦੇ ਹਾਂ ਕਿ ਕਿਸ ਟੈਕਨੋਲੋਜੀ ਦਾ ਇਸਤੇਮਾਲ ਜਿਹੜਾ ਕੀਤਾ ਗਿਆ ਤੇ ਕਿਉਂ ਹਰ ਗੈਲਰੀ ਦੇ ਵਿੱਚ ਇੱਕ ਵੱਖਰਾ ਰੂਪ ਦੇਣ ਦੀ ਕੋशिश ਜਿਹੜੀ है वो की गई। अंजलि, हर गैलरी के अंदर जो हम कहानी बता रहे हैं
उस कहानी के हिसाब से हमने टेक्नोलॉजी को ढाला है। जैसे कि पहली गैलरी जहाँ हम इस वक्त खड़े हैं, उसमें हम पहली पातशाही से लेके 9वीं पातशाही तक बता रहे हैं, पर क्योंकि ये बड़ी एक रूहानी कहानी है, बड़ी इमोशनल कहानी है, तो उसके लिए हमने एक डोम का इस्तेमाल किया है। कुछ सीन्स तो ऐसे आते हैं इस डोम के अंदर, ऐसा लगता है कि जैसे पूरा आकाश ही आपको कहानी सुना रहा हो, वही वाली। तो जैसे आपने बोला कि 11 गैलरीज और 11 ही टेक्नोलॉजी, लेकिन उन सारी टेक्नोलॉजीज़ को हमने एक बहुत ही सुंदर सिंगल स्टोरी में बांधा हुआ है। वो सबसे बड़ा एक चैलेंज था कि कैसे टेक्नोलॉजी कहानी और कहानी की रूहानियत को और मर्यादा को ध्यान में रखते हुए हम कैसे इसको बना सकते हैं। तो इस कहानी को बनाने के लिए हमने 100 से ज़्यादा एनिमेटर्स और जिन्होंने 90,000 से ज़्यादा घंटे काम किया है इस पूरे 115 मिनट को बनाने के लिए। पूरे 2 साल तक हम इस पे काम करते रहे हैं और इसमें कम से कम नहीं तो 400 हमने कैरेक्टर्स बनाए हैं, मुग़ल सोल्जर्स से लेकर और वज़ीर खान से लेकर, और गुरु तो खैर हैं ही हैं हमारे, बट इसके अलावा हमने 400 से ज़्यादा कैरेक्टर्स बनाए हैं स्टोरी को कंप्लीट करने के लिए। और क्योंकि ये स्टोरी बहुत ही मल्टी लेयर्ड थी, ये शुरू हो रही थी पहली पातशाही से और फिर उसके बाद ये स्टोरी चलती जाती है और ख़त्म होती है बंदा सिंह बहादुर पे। तो ये पूरी कहानी को बनाने के लिए हमने पूरी की पूरे एनिमेटर्स को ये पूरी स्टोरी, उसका थ्रेड और उसकी कैरेक्टराइजेशन, उसकी स्टोरी और मोर इम्पॉर्टेंटली इसके साथ का सपोर्टिंग म्यूज़िक, तो हर गैलरी में जो म्यूज़िक है वो भी एक बड़ी यूनिक कॉम्पोजिशन है। कि अगर हम गुरु नानक जी का म्यूज़िक ले रहे हैं तो उसमें राहत फ़तेह अली खान जी ने अपनी आवाज़ दी है। अगर हम ये बता रहे हैं कि भाई जेता कैसे शीश उठा के लेके आए गुरु तेग बहादुर जी का, तो उसके लिए सुखविंदर ने अपनी आवाज़ दी है। छोटे साहिबजादों की शहीदी में हमने आवाज़ ली है हर्षदीप की और जसपिंदर की, जो एकदम आपके दिल को छू जाती है। तो किस तरह से पूरा मिक्स क्रिएट करके हम वो पूरी कहानी को सुना रहे हैं ना, सबसे ज़्यादा इस म्यूज़ियम की यही खासियत है कि मल्टीपल चीज़ें बट दे ऑल कम टुगेदर टू टेल वन पावरफुल स्टोरी। 15 ਮਿੰਟ ਦੀ ਕਹਾਣੀ ਔਰ ਤੁਸੀਂ ਦੇਖੋਗੇ ਕਿ ਕਿੰਨਾ ਅਮੇਜ਼ਿੰਗ ਲੱਗ ਰਿਹਾ ਹੈ, ਕਿਉਂਕਿ ਜਦੋਂ ਅਸੀਂ ਵੀ ਦੇਖ ਰਹੇ ਸੀਗੇ ਇਹ ਮੂਵੀਜ਼ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਸਾਰਾ ਇਤਿਹਾਸ ਜਾਣ ਰਹੇ ਹੋ, ਤੁਹਾਡੇ ਅੱਖਾਂ ਦੇ ਅੱਗੇ ਪੂਰਾ ਇਤਿਹਾਸ ਜਿਹੜਾ ਹੈ ਉਹ ਆ ਗਿਆ ਹੈ। ਗੁਰੂਆਂ ਨੇ ਕੀ ਸਿੱਖਿਆ ਜਿਹੜੀ ਦਿੱਤੀ ਉਹ ਤੁਹਾਡੇ ਜ਼ਿਹਨ ਦੇ ਵਿੱਚ ਆਉਂਦਾ ਹੈ, ਜਿਸ ਨੂੰ ਕਿਤੇ ਨਾ ਕਿਤੇ ਤੁਸੀਂ ਭੁੱਲ ਜਾਂਦੇ ਹੋ। ਸੰਜੀਵ ਸਾਡੇ ਨਾਲ ਨੇ। ਸੰਜੀਵ, ਮੈਂ ਦੇਖ ਪਾ ਰਹੀ ਹਾਂ ਕਿ ਕਿੱਥੇ ਤੁਸੀਂ ਬਹੁਤ ਸਾਰੀ ਚੇਅਰਸ ਲਗਾਈਆਂ ਨੇ, ਕਿੱਥੇ ਸਿਰਫ ਔਰ ਸਿਰਫ 15 ਚੇਅਰ ਨੇ, ਕਿਤੇ ਦੇਖਿਆ ਮੈਂ ਕਿ ਟੇਬਲ ਜਿਹੜਾ ਹੈ ਉਹ ਟਰਨ ਹੋ ਰਿਹਾ, ਰਾਊਂਡ ਟੇਬਲ ਜਿਹੜਾ ਹੈ ਲਗਾਇਆ ਗਿਆ ਹੈ। ਕਿਸ ਤਰ੍ਹਾਂ ਇਸ ਟੈਕਨੋਲੋਜੀ ਦਾ इस्तेमाल ਜਿਹੜਾ ਹੈ ਉਹ ਕੀਤਾ ਗਿਆ? तो निकिता जी, बेसिकली क्या है कि जैसे अंजलि ने बताया कि काफ़ी बहुत ही इन डेप्थ स्टोरी बताने की कोशिश करी है, तो उसके लिए हमने हर चीज़, हर टेक्नोलॉजी एक अलग तरीके से ली गई है। जैसे आप इसमें बैठे हो तो इसमें जो ये वर्ल्ड की बहुत ही रेयर टेक्नोलॉजी है कि जिस तरह से हम डोम के अंदर 5 प्रोजेक्टर्स को लेके, ये हाई एंड प्रोजेक्टर्स हैं अमेरिकन, इनको लेके हमने पूरा एक स्क्रीन बनाई है। तो उसकी कैलिब्रेशन जर्मन इंजीनियर्स ने करी है, तो कहीं पे कोई कॉम्प्रोमाइज़ नहीं किया। क्या यहाँ पर अगर एक कंपोनेंट देखूँ तो मेरे ख्याल से वर्ल्ड की शायद कोई भी लीडिंग कंट्री नहीं है जिसकी कंपनी से ये इंपोर्ट नहीं किए गए, और एक एक चीज़ वर्ल्ड क्लास बनाई गई है। जैसे चन्नी साहब का ये ड्रीम था कि ये ड्रीम प्रोजेक्ट है, तो उसको सपोर्ट करने के लिए बेस्ट टेक्नोलॉजी ली गई है। अगर आप देखेंगे हिंदुस्तान में आप म्यूजियम्स में जाते हैं तो टिपिकली एक टेक्नोलॉजी मिल जाएगी या कहीं पे 2 मिल जाएंगी। यहाँ पे 11 टेक्नोलॉजीज़ हैं जिसमें आप देख लीजिए प्रोजेक्शन मैपिंग, डोम मैपिंग, स्क्रिम स्क्रीन्स, होलोग्राफिक्स, मूविंग ऑडिटोरियम, all the best technology of the world have come together to make this dream project possible. So कहीं भी ऐसी टेक्नोलॉजी नहीं है जो हम कहें कि आउटडेटेड है। या लेटेस्ट टेक्नोलॉजी को लेके पूरी कहानी जो इतनी रूहानियत से दी गई है उसके लिए सपोर्ट किया गया इस टेक्नोलॉजी को। ਸੰਜੀਵ ਜੀ, ਮੈਂ ਦੇਖ ਪਾ ਰਹੀ ਸੀ ਕਿ ਜਿਵੇਂ ਇਹ ਅਸੀਂ ਡੋਮ ਵਾਲਾ ਦੇਖ ਪਾ ਰਹੇ ਹਾਂ, ਇਸ ਦੇ ਨਾਲ ਹੀ ਅਸੀਂ ਦੇਖਿਆ 360 ਡਿਗਰੀ ਜਿਹੜੀ ਹੈ ਸਕਰੀਨ ਦੇਖਣ ਨੂੰ ਮਿਲ ਰਹੀ ਹੈ। ਜੇ ਗੱਲ ਕੀਤੀ ਜਾਵੇ ਸਾਰਾ ਕੁਝ ਜਿਹੜਾ ਹੈ ਇੰਡੀਆ ਤੋਂ ਹੀ ਤੁਹਾਨੂੰ ਮਿਲ ਗਿਆ ਜਾਂ ਫਿਰ ਪ੍ਰੋਜੈਕਟਰ ਜਾਂ ਕੁਝ ਖਾਸ ਜਿਹੜੀ ਟੈਕਨੋਲੋਜੀ ਜਾਂ ਫਿਰ ਕੁਝ ਟੂਲਸ ਜਾਂ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਫੋਰਨ ਤੋਂ ਇੰਪੋਰਟ ਕਰਨੀਆਂ ਪਈਆਂ? जो हार्डवेयर है वो फॉरेन से इंपोर्ट होता है, बट
उनकी सब रिप्रेजेंटेशन इंडिया में है। तो टेक्नोलॉजी, क्योंकि आप देखिए ग्लोबल एक तरह से विलेज है हमारा, तो आज की एज में कोई भी मुश्किलात नहीं है कि कहीं यहाँ पे इंडियन टेक्नीशियंस ने भी काम किया है यहाँ पे। ओवरऑल मिला के अगर मैं देखा जाऊँ तो कम से कम नहीं तो 150-200 टेक्नीशियंस ने मिल के काम किया, राइट फ्रॉम केबलिंग टू सिस्टम इंटीग्रेशन टू नेटवर्किंग, और उसके बाद पूरा के पूरे जो ऑपरेशन हुए हैं उनकी प्लानिंग हुई। सो इस करते करते मतलब 125-150 टेक्नीशियंस ने दिन रात काम करके इस चीज़ को, टेक्नोलॉजीज को इंटीग्रेट किया है ताकि स्टोरी बनाई जा सके। ਇਸ ਮਿਊਜ਼ੀਅਮ ਦੇ ਵਿੱਚ ਇੱਕ ਸੀਰੀਜ਼ ਤਿਆਰ ਕੀਤੀ ਗਈ ਹੈ ਜਿਸ ਵਿੱਚ ਕਈ ਪ੍ਰਸਿੱਧ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਤੁਸੀਂ ਕਈ ਵਾਰ ਇਤਿਹਾਸ ਨੂੰ ਦੇਖਦੇ ਹੋਏ ਭਾਵੁਕ ਵੀ ਹੋ ਜਾਂਦੇ ਹੋ, ਪਰ ਇੱਕ ਹੋਰ ਆਵਾਜ਼ ਤੁਹਾਨੂੰ ਭਾਵੁਕ ਕਰਦੀ ਹੈ। ਉਹ ਆਵਾਜ਼ ਹੈ ਗਾਇਕ ਦਿਲਜਾਨ ਦੀ, ਜਿਹੜੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ। ਗੈਲਰੀ ਦੇ ਵਿੱਚ ਇਤਿਹਾਸ ਦੀ ਕਹਾਣੀ ਨੂੰ ਦੇਖਦਿਆਂ ਹੋਇਆਂ ਆਪਣੇ ਪੁੱਤਰ ਦੀ ਆਵਾਜ਼ ਨੂੰ ਸੁਣ ਕੇ ਦਿਲਜਾਨ ਦੇ ਮਾਤਾ-ਪਿਤਾ ਵੀ ਕਾਫੀ ਭਾਵੁਕ ਹੋਏ। ਦਿਲਜਾਨ ਦੀ ਆਵਾਜ਼ ਵੀ ਸੀ ਇਹਦੇ ਵਿੱਚ, ਕੈਲਾਸ਼ ਖੇਰ ਦੀ ਆਵਾਜ਼ ਵੀ ਸੀ। ਕਦੀ ਇਸ ਤਰ੍ਹਾਂ ਦਾ ਪਹਿਲਾਂ ਕਦੀ ਵੀ ਇਸ ਤਰ੍ਹਾਂ ਸ਼ੋਅ ਦੇਖਿਆ ਹੈ ਕਿ ਦਿਲਜਾਨ ਨੇ ਦੱਸਿਆ ਸੀਗਾ ਕਿ ਉਹ ਇਸ ਤਰ੍ਹਾਂ ਦਾ ਪ੍ਰੋਜੈਕਟ ਕਰ ਰਹੇ ਨੇ? ਨਹੀਂ, ਇਹਦੇ ਬਾਰੇ ਨਹੀਂ ਦੱਸਿਆ ਉਹਨੇ, ਇਹ ਤੇ ਇੱਕ ਸਰਪ੍ਰਾਈਜ਼ ਦੇਣ ਨੂੰ ਰੱਖਿਆ ਸੀ, ਪਤਾ ਨਹੀਂ ਉਹਨੇ ਸਾਨੂੰ ਨਹੀਂ ਇਹਦੇ ਬਾਰੇ ਦੱਸਿਆ। ਪਰ ਜੋ ਕਰ ਗਿਆ ਉਹ ਬਹੁਤ ਜ਼ਿਆਦਾ ਤੇ ਸੀਐਮ ਸਾਹਿਬ ਦਾ ਬਹੁਤ ਜ਼ਿਆਦਾ ਇਹ 'ਚ ਧੰਨਵਾਦ, ਥੈਂਕਸ, ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ। ਵਿਕਾਸ ਜੀ ਨੇ ਬਹੁਤ ਮਿਹਨਤ ਕੀਤੀ ਹੈ। ਆਵਾਜ਼ ਸੁਣੀ ਦਿਲਜਾਨ ਦੀ? ਹਾਂਜੀ ਸੁਣੀ ਹੈ ਜੀ, ਪਰ ਵਿੱਚ ਉਹ ਹੋਣਾ ਚਾਹੀਦਾ ਸੀਗਾ, ਤੋਂ ਬਿਨਾਂ ਮੈਨੂੰ ਅਧੂਰਾ ਹੀ ਲੱਗਦਾ ਸਾਰਾ ਕੁਝ। ਬਹੁਤ ਵੱਡਾ ਪ੍ਰੋਜੈਕਟ ਆ, ਪਰ ਇਹ ਨਹੀਂ ਸੀ ਦੱਸਿਆ ਵੀ ਮੈਂ ਦੇਖਣਾ ਨਹੀਂ, ਇਹ ਨਹੀਂ ਸੀ ਦੱਸਿਆ। बहुत ही वंडरफुल प्रोजेक्ट है और मैं बधाई देना चाहूँगा साढ़े सीएम साहब चन्नी साहब जी ਨੂੰ और VIP मोशनस तो विकास प्राशर जी और टीनू शर्मा मैडम जी ਨੂੰ, ਜਿਨ੍ਹਾਂ ਨੇ ਇੰਨੇ ਐਫਰਟਸ ਲਗਾ ਕੇ ਔਰ ਇੰਨੇ ਵਧੀਆ ਢੰਗ ਦੇ ਨਾਲ ਪੇਸ਼ਕਾਰੀ ਦਿੱਤੀ ਹੈਗੀ। ਵੰਡਰਫੁਲ। ਇਸ ਤੋਂ ਇਲਾਵਾ ਥੀਮ ਪਾਰਕ ਦੇ ਵਿੱਚ 2 10-10 ਮੀਟਰ ਦੀਆਂ ਉੱਚੀਆਂ ਤਲਵਾਰਾਂ, ਇੱਕ ਖੰਡੇ ਦੇ ਨਾਲ ਵਾਟਰ ਸ਼ੋਅ ਬਣਾਉਣ ਤੋਂ ਇਲਾਵਾ 5 ਤਾਂਬੇ ਦੇ ਘੜੇ ਵੀ ਲਗਾਏ ਗਏ ਨੇ। ਸਿੱਖ ਇਤਿਹਾਸ ਨੂੰ ਇਸ ਪਾਰਕ ਦੇ ਵਿੱਚ ਨਵੀਂ ਤਕਨੀਕ ਦੇ ਨਾਲ ਪੇਸ਼ ਕੀਤਾ ਗਿਆ, ਉਹ ਬੇਕਮਾਲ ਹੈ। ਤਾਂ ਇਹੀ ਕਾਰਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਡ੍ਰੀਮ ਪ੍ਰੋਜੈਕਟ ਸੀ। ਮੁੱਖ ਮੰਤਰੀ ਦੇ ਕਰੀਬੀ ਵਿਕਾਸ ਨੇ ਦੱਸਿਆ ਕਿ ਇਹ ਪ੍ਰੋਜੈਕਟ ਤਿਆਰ ਕਰਨਾ ਆਸਾਨ ਨਹੀਂ ਸੀ। ਇਸ ਨੂੰ ਤਿਆਰ ਕਰਨ ਦੇ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਹ ਥੀਮ ਪਾਰਕ ਜਿਹੜਾ ਹੈ ਉਹ ਡ੍ਰੀਮ ਪ੍ਰੋਜੈਕਟ ਹੈ। ਇਸ ਬਾਰੇ ਉਹਨਾਂ ਨੇ ਖੁਦ ਵੀ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਉਹ ਹਰ ਰੋਜ਼ ਸੁਪਨਾ ਦੇਖਦੇ ਸੀਗੇ ਕਿ ਜਲਦ ਤੋਂ ਜਲਦ ਇਹ ਜਿਹੜਾ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ ਉਹ ਪੂਰਾ ਹੋ ਜੇ। ਸਾਡੇ ਨਾਲ ਵਿਕਾਸ ਜੀ ਨੇ, ਕਿਉਂਕਿ ਉਹ ਵੀ ਲਗਾਤਾਰ ਚੰਨੀ ਸਾਹਿਬ ਨਾਲ ਲੱਗੇ ਹੋਏ ਸੀਗੇ। ਕਿੰਨੇ ਘੰਟੇ ਇੱਕ ਦਿਨ ਕੰਮ ਕਰਨਾ ਪਿਆ, ਨਾਲ ਹੀ ਚੰਨੀ ਸਾਹਿਬ ਲਈ ਕਿੰਨਾ ਇੰਪੋਰਟੈਂਟ ਸੀਗਾ ਇਹ ਪ੍ਰੋਜੈਕਟ ਪੂਰਾ ਕਰਨਾ? ਫਰੈਂਕਲੀ ਸਪੀਕਿੰਗ ਮਤਲਬ ਭਈਆ ਤਾਂ ਮਤਲਬ ਜਦੋਂ ਸੁੱਤੇ ਉੱਠਦੇ ਸੀ ਤਾਂ ਵੀ ਉਹਨਾਂ ਦੀ ਇਹੀ ਕਾਲ ਹੁੰਦੀ ਸੀ ਕਿ ਅੱਜ ਦੀ ਕੀ ਪ੍ਰੋਗਰੈਸ ਹੈ। ਰਾਤ ਨੂੰ 2-2 ਵਜੇ ਕਾਲ ਆ ਰਹੀ ਕਿ ਕੀ ਚੱਲ ਰਿਹਾ ਹੈਗਾ, ਮਿਊਜ਼ਿਕ ਦਾ ਕੀ ਚੱਲ ਰਿਹਾ ਹੈਗਾ। ਐਂਡ ਹੀ ਡਿਡ ਨਾਟ ਕੰਪਰੋਮਾਈਜ਼ ਵਿਦ ਐਨੀਥਿੰਗ। ਮਤਲਬ ਵੈਨ ਇਟ ਕਮਸ ਟੂ ਮਿਊਜ਼ਿਕ ਹੀ ਵਾਜ਼ ਕਿ ਮੈਨੂੰ ਬੰਬੇ ਦਾ ਬੈਸਟ ਮਿਊਜ਼ਿਕ ਡਾਇਰੈਕਟਰ ਚਾਹੀਦਾ ਹੈਗਾ। ਉਹਦੇ ਲਈ ਫਿਰ ਅਸੀਂ ਮੌਂਟੀ ਸ਼ਰਮਾ ਜੀ ਨੂੰ ਚੁਣਿਆ। ਬਲੈਕ, ਹਮ ਦਿਲ ਦੇ ਚੁਕੇ ਸਨਮ, ਇਹ ਸਾਰੀਆਂ ਮਤਲਬ ਇਹਦਾ ਬੈਕਗਰਾਊਂਡ ਉਹਨਾਂ ਨੇ ਦਿੱਤਾ ਹੈਗਾ। ਐਂਡ ਬਹੁਤ ਸਾਰੀਆਂ ਮੁਸ਼ਕਿਲਸ ਵੀ ਆਈਆਂ, ਭਈਆ ਨੂੰ ਵੀ ਬਹੁਤ ਮੁਸ਼ਕਿਲਸ ਆਈਆਂ। ਕੁਛ ਵੀ ਅਸੀਂ ਕਰਨਾ ਹੁੰਦਾ ਸੀਗਾ, ਹਰ ਚੀਜ਼ ਦੇ ਵਿੱਚ ਮਤਲਬ ਰੁਕਾਵਟਾਂ ਹੁੰਦੀਆਂ ਸੀਗੀਆਂ, ਬਟ ਬਾਈ ਦ ਗ੍ਰੇਸ ਆਫ ਦ ਗੋਡ ਔਰ ਉਹਨਾਂ ਦੀ ਮਿਹਨਤ ਕਰਕੇ ਆਈ ਥਿੰਕ ਦਿਸ ਵਾਜ਼ ਐਕਚੁਅਲੀ ਅ ਵਨ ਮੈਨ ਸ਼ੋ ਐਂਡ ਸਟਿਲ ਆਈ ਥਿੰਕ ਇਟਸ ਅ ਵਨ ਮੈਨ ਸ਼ੋ। ਉਹਨਾਂ ਨੂੰ ਬਸ ਜਦੋਂ ਗੱਲ ਕਰੋ ਨਾ, ਉਹਨਾਂ ਨੂੰ ਇੱਕ ਹੁੰਦਾ ਸੀ ਕਿ ਥੀਮ ਪਾਰਕ, ਔਰ ਜੇ ਮੈਂ ਕਹਿਣਾ ਕਿ ਵੀ ਫਲਾਨੀ ਚੀਜ਼ ਦੇ ਲਈ ਕੰਮ ਤੁਹਾਡੇ ਕੋਲ ਟਾਈਮ ਹੈਗਾ, ਉਹ ਹਾਂ ਕਰਨ ਹੀ ਨਾ। ਬਟ ਵੈਨ ਇਟ ਕਮਸ ਟੂ ਥੀਮ ਪਾਰਕ ਨਾ, ਉਹ ਯਾਰ ਉਹਦੇ ਲਈ ਤਾਂ ਮੇਰੇ ਕੋਲ ਟਾਈਮ ਹੀ ਟਾਈਮ ਹੈਗਾ, ਬੋਲ ਕਿਸ ਵੇਲੇ ਮਤਲਬ। ਐਂਡ ਸਟਿਲ ਹੀ ਸਟਿਲ ਲਾਈਕ ਦੈਟ। ਮਤਲਬ ਉਹਨਾਂ 'ਚ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਤੋਂ ਬਾਅਦ ਵੀ ਉਹਨਾਂ ਦੇ ਵਿੱਚ ਕੁਛ ਉਹ ਹੈ ਹੀ ਨਹੀਂ ਇੱਦਾਂ ਦਾ। ਹੀ ਸਟਿਲ ਦ ਸੇਮ। ਐਂਡ ਮੈਂ ਮਤਲਬ ਆਈ ਐਮ ਲਿਟਰਲੀ ਇੰਜੋਇੰਗ, ਆਈ ਲਵ ਇਟ ਦ ਵੇ ਹੀ ਇਜ਼। ਅੱਛਾ ਵਿਕਾਸ ਜੀ, ਜਦੋਂ ਉਹ ਸਿਰਫ ਇੱਕ ਵਿਧਾਇਕ ਸੀਗੇ ਜਾਂ ਫਿਰ ਉਸ ਤੋਂ ਬਾਅਦ ਕੈਬਨਿਟ ਮੰਤਰੀ ਰਹੇ ਤੇ ਹੁਣ CM ਬਣੇ, ਹੈ ਨਾ, ਇਹ ਪ੍ਰੋਜੈਕਟ ਦੇ ਬਾਰੇ ਉਹਨਾਂ ਨੇ ਕਦੋਂ ਸੋਚਿਆ ਤੇ ਉਹਨਾਂ ਨੂੰ ਲੱਗਦਾ ਸੀਗਾ ਕਿ CM ਬਣਨ ਤੋਂ ਬਾਅਦ ਹੀ ਪੂਰਾ ਹੋ ਪਾਏਗਾ, ਜਾਂ ਤੁਹਾਨੂੰ ਲੱਗਦਾ ਕਿ CM ਬਣਨ ਤੋਂ ਬਾਅਦ ਜਿਹੜੀਆਂ ਪਹਿਲਾਂ ਮੁਸ਼ਕਲਾਂ ਆ ਰਹੀਆਂ ਸੀਗੀਆਂ ਉਹ ਘਟ ਗਈਆਂ? ਇਹ ਐਕਚੁਅਲੀ ਮੇਰੇ ਤੋਂ ਪਹਿਲੇ, ਮੈਨੂੰ ਇੱਥੇ ਬੁਲਾਉਣ ਤੋਂ ਪਹਿਲੇ ਉਹਨਾਂ ਇਹ ਪ੍ਰੋਜੈਕਟ ਦੇ ਬਾਰੇ ਚੱਲ ਰਹੇ ਸੀਗੇ। ਐਂਡ ਆਈ ਵਾਸ ਐਕਚੁਅਲੀ ਇਨ ਕ੍ਰਾਈਸਿਸ ਵੈਨ ਹੀ ਕਾਲਡ ਮੀ।
एंड ही वन डे आउट ऑफ अ ब्लू ही जस्ट कॉल मी की कर रहा मैं कि मैं हाले तो फ्री हैगा ही सेड कि कुछ डिस्कस करना म्यूजिक का तो आके मिल मैनू जो मिले मिलने लगे कि बहुत छोटी जी चीज़ होनी है और बहुत छोटे तो ही शुरू किया सीगा बट मेरी थाली 'ਚ ਇੰਨਾ ਕੁਝ ਪਾਤਾ ਉਹਨਾਂ ਨੇ। आई वाजंट एक्सपैक्टिंग ऑल दीज थिंग्स ਇਹ ਸਭ ਕੁਝ ਜੋ ਤੁਸੀਂ ਅੱਜ ਦੇਖ ਰਹੇ ਹੋ ਔਰ ਉਸ ਵਕਤ ਵੀ ਜਿੱਦਾਂ ਪ੍ਰੋਬਲਮ ਇਹ ਸੀਗੀ ਕਿ ਹਰ ਚੀਜ਼ ਦੇ ਲਈ ਫੰਡਸ ਦੀ ਕਮੀ ਆ ਜਾਂਦੀ ਸੀਗੀ ਕੁਝ ਨਾ ਕੁਝ ਹੁੰਦਾ ਸੀ ਐਂਡ ਉਹਨਾਂ ਦਾ ਇੱਕੋ ਸੀਗਾ ਕਿ ਜੋ ਮਰਜ਼ੀ ਹੋ ਜਾਏ ਮੈਂ ਇਹਨੂੰ ਕੰਪਲੀਟ ਕਰਨਾ ਔਰ ਆਈ ਥਿੰਕ ਇਹ ਉਹਨਾਂ ਦਾ ਜਨੂਨ ਹੀ ਹੈ ਜਿਹਦੇ ਕਰਕੇ ਇਹ ਕੰਪਲੀਟ ਹੋਇਆ। ਅਦਰਵਾਈਜ਼ आई shouldn't say this but that's the reality। बहुत सारे ऑफिसर्स मैं बहुत कुछ देखता ਸੀਗਾ ਕਿ ਜਿਹੜੇ ਮਤਲਬ ਸਿਰਫ ਪ੍ਰੋਬਲਮਸ ਹੀ ਕ੍ਰੀਏਟ ਕਰਦੇ ਹੁੰਦੇ ਸੀਗੇ ਐਂਡ ਉੱਪਰ ਵਾਲੀ ਦੀ ਸਕ੍ਰਿਪਟ ਬੜੀ ਜ਼ਬਰਦਸਤ ਹੈ ਮਤਲਬ ਉਹਨੇ ਇੱਦਾਂ ਦੀ ਸਕ੍ਰਿਪਟ ਲਿਖੀ ਕਿ ਅੱਜ ਸਭ ਕੁਝ ਹੀ ਬਦਲਿਆ ਹੋਇਆ ਐਂਡ ਆਈ ਥਿੰਕ ਹੁਣ ਜੋ ਹੁਣ ਤੁਹਾਡੇ ਸਾਹਮਣੇ ਹੀ ਆ ਰਿਹਾ ਹੈਗਾ ਵੀ ਲਿਟਰਲੀ ਫੀਲ ਪ੍ਰਾਊਡ ਆਈ ਫੀਲ ਪ੍ਰਾਊਡ। ਬਿਲਕੁਲ ਅਸੀਂ ਚਰਨਜੀਤ ਸਿੰਘ ਚੰਨੀ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਰਾਤ ਦੀਆਂ ਵੀ ਵੀਡੀਓਜ਼ ਉਹਨਾਂ ਦੀਆਂ ਰਾਤ ਦੀਆਂ ਵੀਡੀਓਜ਼ ਵੀ ਦੇਖੀਆਂ ਨੇ 2:30 ਵਜੇ ਜਦੋਂ ਉਹ ਰਾਤ ਨੂੰ ਇਸ ਥੀਮ ਪਾਰਕ ਦੇ ਵਿੱਚ ਪਹੁੰਚ ਜਾਂਦੇ ਸੀਗੇ ਤੇ ਆਪਣੇ ਜਿਹੜੇ ਇੱਥੇ ਵਰਕਰਸ ਕੰਮ ਕਰ ਰਹੇ ਹੋ ਉਹਨਾਂ ਤੋਂ ਪੁੱਛਦੇ ਸੀਗੇ ਕਿ ਆਖਿਰ ਤੁਸੀਂ ਕੀ ਕੰਮ ਕੀਤਾ ਹੈ ਤੇ ਕਈ ਵਰਕਰਸ ਇੱਥੇ ਦੱਸਦੇ ਨੇ ਕਿ ਕਦੇ ਕਦੇ ਚੰਨੀ ਸਾਹਿਬ ਇੱਥੇ ਹੀ ਸੋ ਜਾਂਦੇ ਸੀਗੇ ਕਿ ਸਵੇਰੇ ਉੱਠ ਕੇ ਦੇਖੂੰਗਾ ਕਿ ਆਖਿਰ ਇਹ ਥੀਮ ਪਾਰਕ ਕਿਵੇਂ ਦਾ ਲੱਗ ਰਿਹਾ ਹੈ। ਤਾਂ ਕਹਿ ਸਕਦੇ ਹਾਂ ਕਿ ਡ੍ਰੀਮ ਪ੍ਰੋਜੈਕਟ ਸੀਗਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਫਿਲਹਾਲ ਪੂਰਾ ਹੋ ਗਿਆ। ਥੀਮ ਪਾਰਕ ਦਾ ਕੋਨਾ-ਕੋਨਾ ਤੁਹਾਨੂੰ ਸਿੱਖ ਇਤਿਹਾਸ ਦੇ ਨਾਲ ਜੋੜਦਾ ਹੈ। ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ ਯੁਵਾ ਪੀੜ੍ਹੀ ਦੀ ਤੇ ਨਾਲ ਹੀ ਬੱਚਿਆਂ ਦੀ ਜਿਹੜੇ ਸ਼ਾਇਦ ਕਿਤਾਬਾਂ ਤੋਂ ਬਹੁਤ ਜ਼ਿਆਦਾ ਕੁਝ ਨਹੀਂ ਜਾਣ ਪਾਉਂਦੇ ਜਾਂ ਫਿਰ ਸਮਝ ਪਾਉਂਦੇ ਉਹ ਜ਼ਰੂਰ ਇਹਨਾਂ ਸ਼ੋਅਜ਼ ਦੇ ਜ਼ਰੀਏ ਜਾਣ ਵੀ ਪਾਣਗੇ ਤੇ ਸਿੱਖ ਵੀ ਪਾਣਗੇ ਤੇ ਦਾਸਤਾਨ-ਏ ਸ਼ਹਾਦਤ ਦੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਵੀ ਪਾਉਣਗੇ। ਕੈਮਰਾਮੈਨ ਪ੍ਰਮੋਦ ਨੇਗੀ ਦੇ ਨਾਲ ਨਿਤਿਕਾ ਮਹੇਸ਼ਵਰੀ ਸੀ ਮੀਡੀਆ ਸ਼੍ਰੀ ਚਮਕੌਰ ਸਾਹਿਬ।